सतगुर की जिसनु मत आवे सो सतगुर माहि समाना। एह बाणी जो जियो जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै पर तख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। सुख हो टल गुर सेविय अहनस सहज सुभाए। दर्शन परसे गुरु कै जन्म मरण दुख जाए। सतनाम श्री वाहिगुरु साहिब जी। जैत सरी महला चौथा। घर पहला चौपदी। एक ओंकार सतगुरु प्रसाद। मेरा हियरा रतन नाम हर बसिया। गुर हाथ धरियो मेरा माथा। जन्म जन्म के किल बिख दुख उतरे। गुर नाम दियो रिन लाथा। मेरा हियरा रतन नाम हर बसिया। गुर हाथ धरियो मेरा माथा। जन्म जन्म के किल बिख दुख उतरे। गुर नाम दियो रिन लाथा। मेरे माना भज राम नाम सब अर्था। गुर पूरा हर नाम दृढ़ाया। भिन नावै जीवन बिरथा। रहाऊ बिन गुर मूड भये है मन मुख। ते मोह माया नित फाथा। तेना साधु चरण न सेवे कबहू।
ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮੇ ਅੰਦੁਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮੇ ਅੰਦੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਦੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਸਰ ਦੀਆਂ ਬਖਸ਼ਿਸ਼ਾਂ ਨੂੰ ਮੰਨਦੇ ਹੋਏ ਇਸ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਵਿੱਚ ਸਤਿਗੁਰਾਂ ਦੇ ਬਖਸ਼ੇ ਹੋਏ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਅੱਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਬਖਸ਼ੇ ਹੋਏ ਇਸ ਪਵਿੱਤਰ ਅਸਥਾਨ ਤੋਂ ਹਰੀ ਦੇ ਮੰਦਰ ਵਿੱਚੋਂ ਜੋ ਪੋਥੀ ਪਰਮੇਸ਼ਰ ਕੇ ਥਾਨ ਨੇ ਸਾਨੂੰ ਆਵਾਜ਼ਾਂ ਬਖਸ਼ਿਆ ਹੈ, ਜੋ ਅੱਜ ਸ਼੍ਰੀ ਮੁਖ ਵਾਕ ਅੱਜ ਸਾਨੂੰ ਪ੍ਰਾਪਤ ਹੋਏ ਨੇ, ਉਸ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਕਿਉਂਕਿ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਪਾਵਨ ਸ਼੍ਰੀ ਮੁਖ ਵਾਕ ਦੀ ਵਿਚਾਰ ਦਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਇਹ ਪਾਵਨ ਹੁਕਮਨਾਮਾ ਜੈਤਸਰੀ ਰਾਗ ਅੰਦਰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 696 ਅੰਗ ਤੇ ਸੁਭਾਇਮਾਨ ਹੈ। ਘਰ ਪਹਿਲਾ ਜਦੋਂ ਇਸ ਸ਼ਬਦ ਦਾ ਗਾਇਨ ਕਰਨਾ ਹੈ ਤਾਂ ਗੁਰੂ ਕੇ ਕੀਰਤਨੀਆਂ ਨੂੰ ਇਹ ਸਤਿਗੁਰੂ ਜੀ ਨੇ ਅਗਵਾਨੀ ਬਖਸ਼ੀ ਹੈ। ਚੌਪਦੇ ਇਸ ਸ਼ਬਦ ਦੇ 4 ਬੰਦ ਹਨ, 4 ਪਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਪਰਮੇਸ਼ਰ ਦਾ ਮੰਗਲ ਹੈ ਕਿ ਪਰਮਾਤਮਾ ਇੱਕ ਹੈ। ਇੱਕ ਹੋ ਕੇ ਵੀ ਉਹ ਕਿਸੇ ਇੱਕ ਥਾਂ ਤੇ ਨਹੀਂ ਹੈ। ਉਹ ਪੂਰੇ ਬ੍ਰਹਿਮੰਡ ਕਾਇਨਾਤ ਦੇ ਵਿੱਚ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਪਰ ਸਾਰੀਆਂ ਥਾਵਾਂ ਤੇ ਵਸਦਾ ਹੋਇਆ ਵੀ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਦਾ ਮਿਲਾਪ ਸੰਭਵ ਨਹੀਂ ਹੈ। ਗੁਰਬਾਣੀ ਦੇ ਵਿੱਚ ਜੋ ਗੁਰੂ ਦੀ ਕਿਰਪਾ ਦਾ ਪਾਠ ਹੈ ਉਹ ਹੈ ਕਿ ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਨੀ ਸੰਗ ਪਾਨੀ। ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਹੈ ਉਹਨਾਂ ਨੂੰ ਇਸ ਜੁਗਤੀ ਦਾ, ਇਸ ਢੰਗ ਦਾ, ਇਸ ਤਰੀਕੇ ਦਾ, ਇਸ ਥਿਊਰੀ ਦਾ, ਇਸ ਮੈਥਡ ਦਾ ਪਤਾ ਲੱਗਿਆ। ਉਹਨਾਂ ਨੂੰ ਇਹ ਜਾਚ ਪ੍ਰਾਪਤ ਹੋਈ ਹੈ ਕਿ ਪਰਮਾਤਮਾ ਵਿੱਚ ਲੀਨ ਕਿਵੇਂ ਹੋਣਾ ਹੈ। ਸਾਨੂੰ ਪਰਮਾਤਮਾ ਨਾਲ ਕੋਈ ਐਕਸੀਡੈਂਟਲ ਟੱਚ ਨਹੀਂ ਚਾਹੀਦਾ ਵੀ ਕਿਤੇ ਰਾਹ ਜਾਂਦੇ ਆ ਕਿਤੇ ਅੱਗੋਂ ਮਿਲ ਗਏ ਤੇ ਫਤਿਹ ਬੁਲਾ ਲਈ। ਕਿਉਂਕਿ ਮਨੁੱਖੀ ਜੀਵਨ ਦਾ ਜਿਹੜਾ ਪ੍ਰਯੋਜਨ ਹੈ ਉਹ ਕੇਵਲ ਪਰਮਾਤਮਾ ਦੀ ਇੱਕ ਝਲਕ ਨਹੀਂ ਹੈ ਕਿ ਸਿਰਫ ਇੱਕ ਝਲਕ ਵੇਖਣ ਮਾਤਰ ਤੱਕ ਸੀਮਤ ਹੈ। ਇੱਥੇ ਨਦੀ ਨੇ ਸਾਗਰ ਹੋਣਾ ਹੈ, ਨਦੀ ਨੇ ਜਾ ਕੇ ਸਾਗਰ ਵਿੱਚ ਵਿਲੀਨ ਹੋਣਾ ਹੈ। ਕਿਉਂਕਿ ਜਿਹੜੀ ਸਾਡੀ ਆਤਮਾ ਹੈ ਇਹ ਮਰਦੀ ਨਹੀਂ ਹੈ। ਇਹਦੀਆਂ 3 ਥਾਵਾਂ ਦਸੀਆਂ ਨੇ। ਪਹਿਲੀ ਹੈ ਕਿ ਇਹ ਪਰਮਾਤਮਾ ਵਿੱਚ ਵਿਲੀਨ ਹੋ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਦੂਸਰਾ ਫਿਰ ਹੁੰਦਾ ਹੈ ਕਿ ਇਹ ਆਤਮਾ 84 ਲੱਖ ਜੂਨਾਂ ਦੇ ਗੇੜ ਵਿੱਚ ਪੈ ਜਾਂਦੀ ਹੈ। ਵੱਖ-ਵੱਖ ਤ੍ਰਿਗ ਟੇਡੀਆਂ ਜੂਨਾਂ ਦੇ ਵਿੱਚੋਂ ਦੀ ਇਸ ਨੂੰ ਲੰਘਣਾ ਪੈਂਦਾ ਹੈ। ਤੇ ਤੀਸਰਾ ਉਸ ਤੋਂ ਵੀ ਮਾੜਾ ਹੈ ਕਿ ਜਦੋਂ ਇਸ ਨੂੰ ਕੋਈ ਸਰੀਰ ਵੀ ਨਹੀਂ ਮਿਲਦਾ, ਕੋਈ ਖੋਤੇ ਘੋੜੇ ਦੀ ਜੂਨੀ ਵੀ ਨਹੀਂ ਮਿਲਦੀ, ਇਹਨੇ ਵੀ ਇਹਦੇ ਕਰਮ ਠੀਕ ਨਹੀਂ ਰਹਿ ਜਾਂਦੇ ਤਾਂ ਫਿਰ ਇਹ ਪ੍ਰੇਤ ਹੋ ਜਾਂਦੀ ਹੈ। ਫਿਰ ਕੇਵਲ ਆਤਮਾ ਹੀ ਭਟਕਦੀ ਰਹਿੰਦੀ, ਸਰੀਰ ਇਹਦੇ ਕੋਲ ਆਪਣਾ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜਾ ਸਾਡਾ ਪ੍ਰਯੋਜਨ ਹੈ ਉਹ ਹੈ ਕਿ ਭਈ ਪ੍ਰਾਪਤ ਮਾਨਖ ਦੇਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਰੱਬ ਨੂੰ ਮਿਲਣ ਦੀ ਵਾਰੀ ਹੈ ਤੇ ਉਹ ਮਿਲਾਪ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਜਿਹੜੇ ਲੋਕ ਅੱਜ ਤੁਹਾਨੂੰ ਭਟਕਾਉਂਦੇ ਨੇ, ਕੋਈ ਬੁੱਕ ਬਣਾ ਕੇ ਵਿਖਾਉਂਦਾ ਹੈ, ਕੋਈ ਤੁਹਾਨੂੰ ਕੋਈ ਜੋਤ ਜਗਾ ਕੇ ਵਿਖਾਉਂਦਾ ਹੈ, ਇਹ ਤੁਹਾਡੇ ਜੀਵਨ ਦਾ ਪ੍ਰਯੋਜਨ ਹੀ ਨਹੀਂ ਹੈ। ਕਿ ਕੋਈ ਤੁਹਾਨੂੰ ਉਸ ਪਰਮਾਤਮਾ ਦੇ ਵਿੱਚ ਕੋਈ ਲੀਨ ਕਰ ਸਕਦਾ ਹੈ? ਜਿਹੜਾ ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ, ਕਉ ਨਾ ਸਕੈ ਪਛਾਨੀ। ਇੱਥੇ ਗੁਰੂ ਸਿੱਖ
ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ। ਇਹ ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇੱਥੇ ਓਤ ਪੁੱਤ ਦਾ ਰਿਸ਼ਤਾ ਹੈ ਭਾਈ। ਉਸ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਉਹ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ, ਤੇ ਗੁਰੂ ਦੀ ਕਿਰਪਾ ਜਿਹੜੀ ਹੈ ਉਹ ਗਿਆਨ ਦੇ ਰੂਪ ਵਿੱਚ ਹੈ, ਉਹ ਪ੍ਰਕਾਸ਼ ਦੇ ਰੂਪ ਵਿੱਚ ਹੈ, ਉਹ ਵਿਚਾਰ ਦੇ ਰੂਪ ਦੇ ਵਿੱਚ ਹੈ। ਹੁਣ ਅਸੀਂ ਗੁਰੂ ਦੀ ਕਿਰਪਾ ਨੂੰ ਦੁਨੀਆ ਦੇ ਪਦਾਰਥਾਂ ਦੇ ਨਾਲ ਤੋਲਣਾ, ਮਾਪਣਾ, ਭਾਪਣਾ ਸ਼ੁਰੂ ਕਰ ਦਿੱਤਾ ਹੈ। ਜੇ ਕਿਸੇ ਕੋਲ 4 ਕੌਡੀਆਂ ਜ਼ਿਆਦਾ ਨੇ ਉਹਦੇ ਤੇ ਗੁਰੂ ਦੀ ਕਿਰਪਾ ਬਹੁਤੀ ਹੈ, ਜਿਹਦੇ ਕੋਲੇ ਘੱਟ ਨੇ ਉਹਦੇ ਤੇ ਥੋੜੀ ਹੈ, ਜਿਹਦੇ ਘਰ ਪੁੱਤਰ ਨੇ ਉਹਦੇ ਤੇ ਬਹੁਤੀ ਹੈ, ਜਿਹਦੇ ਘਰ ਧੀਆਂ ਨੇ ਉਹਦੇ ਤੇ ਥੋੜੀ ਹੈ, ਜਿਹਦੇ ਕੋਲ ਹੈ ਨਹੀਂ ਉਹਦੇ ਤੇ ਹੈ ਹੀ ਨਹੀਂ ਹੈ। ਇਹ ਸਾਡਾ ਤੋਲਣ ਦਾ ਤਰੀਕਾ ਹੈ, ਇਹ ਸਾਡੀ ਤਕੜੀ ਹੈ ਭਾਈ। ਗੁਰੂ ਦੀ ਤਕੜੀ ਇਹ ਨਹੀਂ ਹੈ। ਗੁਰੂ ਦਾ ਤਾਂ ਫੈਸਲਾ ਇਹ ਹੈ ਕਿ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਅੱਗੇ ਗਏ ਸੰਜਾਪ ਸਣ ਚੋਟਾਂ ਖਾਸੀ ਕੌਣ। ਇਹ ਤੇ ਅੱਗੇ ਜਾ ਕੇ ਪਤਾ ਲੱਗੇਗਾ ਭਾਈ। ਸੋ ਇੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਬਖਸ਼ੇ ਹੋਏ ਪਾਵਨ ਸ਼੍ਰੀ ਮੁਖ ਵਾਕ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਮਾਰਗ ਦਰਸ਼ਨ ਕਰਦੇ ਨੇ। ਇੱਕ ਵਾਰ ਸਾਰੇ ਆਪਣੀ ਹਾਜ਼ਰੀ ਲਵਾਓ, ਆਪਣੀ ਇਕਾਗਰਤਾ ਬਣਾਓ, ਕਰੋ ਰਸਨਾ ਪਵਿੱਤਰ। ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਮੇਰੇ ਮੱਥੇ ਤੇ ਗੁਰੂ ਨੇ ਆਪਣਾ ਹੱਥ ਰੱਖ ਦਿੱਤਾ ਹੈ। ਆਪਾਂ ਸਾਰੇ ਕਹਿੰਦੇ ਆ ਮੇਰੇ ਤੇ ਗੁਰੂ ਦੀ ਬੜੀ ਕਿਰਪਾ ਹੈ, ਗੁਰੂ ਦਾ ਬੜਾ ਮਿਹਰ ਭਰਿਆ ਹੱਥ ਹੈ ਮੇਰੇ ਸਿਰ ਤੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਦੁਨੀਆ ਦੇ ਇੱਕ ਪੱਥਰ ਜਿਹਦੇ ਤੇ ਦੁਨੀਆ ਸ਼ਦਾਈ ਹੈ, ਉਸ ਕੀਮਤੀ ਰਤਨ ਵਰਗਾ ਹੈ, ਉਹ ਪਰਮਾਤਮਾ ਨੇ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਹੈ। ਤੇ ਵਸਿਆ ਕਿਵੇਂ ਹੈ? ਜਦੋਂ ਗੁਰੂ ਨੇ ਮੇਰੇ ਸਿਰ ਤੇ ਆਪਣੀ ਕਿਰਪਾ ਦਾ ਹੱਥ ਰੱਖਿਆ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਮੇਰੇ ਮੱਥੇ ਤੇ ਉਹਨੇ ਆਪਣੀ ਕਿਰਪਾ ਦਾ ਹੱਥ ਰੱਖਿਆ, ਆਪਣਾ ਮਿਹਰ ਭਰਿਆ ਹੱਥ ਰੱਖਿਆ। ਹਾਂਜੀ। ਜਨਮ ਜਨਮ ਕੇ ਕੇਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਇਹਦੇ ਨਾਲ ਕੀ ਹੋਇਆ? ਜਨਮਾਂ ਜਨਮਾਂ ਦੇ ਜਿਹੜੇ ਪਾਪ ਸਨ ਤੇ ਪਾਪਾਂ ਕਾਰਨ ਜਿਹੜੇ ਮੇਰੇ ਜੀਵਨ ਵਿੱਚ ਦੁੱਖ ਭਰੇ ਸਨ ਉਹ ਉਤਰ ਗਏ, ਖਤਮ ਹੋ ਗਏ। ਗੁਰੂ ਨੇ ਕਿਰਪਾ ਕਰ ਦਿੱਤੀ, ਆਪਣਾ ਨਾਮ ਦੇ ਦਿੱਤਾ, ਤੇ ਉਹ ਜਿਹੜਾ ਮੇਰੇ ਸਿਰ ਤੇ ਕਰਜ਼ਾ ਸੀ, ਲੋਨ ਸੀ ਜਿਹੜਾ, ਉਹ ਖਤਮ ਹੋ ਗਿਆ। ਜਦੋਂ ਪਰਮਾਤਮਾ ਤੁਰੁੱਠਦਾ ਹੈ ਤਾਂ ਸਾਨੂੰ ਗੁਰੂ ਨਾਲ ਮਿਲਾਉਂਦਾ ਹੈ। ਇਹ ਜ਼ਰੂਰ ਚੇਤਾ ਰੱਖਣਾ। ਜੇ ਕਿਤੇ ਕਹਿਣਾ ਹੋਵੇ ਨਾ ਵੀ ਰੱਬ ਦੀ ਬੜੀ ਕਿਰਪਾ ਹੈ, ਤੇ ਫਿਰ ਪਤਾ ਕਰਨਾ ਵੀ ਗੁਰੂ ਮਿਲ ਗਿਆ ਹੈ। ਐਵੇਂ ਘਰ ਦੇ ਟਰੈਕਟਰ ਟਰਾਲੀਆਂ ਵੇਖ ਵੇਖ ਕੇ ਨਾ ਕਹੀ ਜਾਇਓ ਗੁਰੂ ਦੀ ਬੜੀ ਕਿਰਪਾ ਹੈ। ਜੀਪਾਂ ਵੇਖ ਲਈਆਂ ਲੰਬੀਆਂ ਲੰਬੀਆਂ, ਗੱਡੀਆਂ ਟਰੱਕ ਵੇਖ ਲੈ ਵੀ ਗੁਰੂ ਦੀ ਰੱਬ ਦੀ ਬੜੀ ਕਿਰਪਾ ਹੈ। ਜਿੱਦਣ ਰੱਬ ਦੀ ਕਿਰਪਾ ਹੋਏਗੀ ਉਦਣ ਗੁਰੂ ਮਿਲੇਗਾ। ਜਿੱਦਣ ਗੁਰੂ ਦੀ ਕਿਰਪਾ ਹੋਏਗੀ ਉਦਣ ਰੱਬ ਮਿਲੇਗਾ। ਇਹ ਇੱਕ ਐਸਾ ਸੰਜੋਗ ਹੈ ਕਿ ਜਿੱਦਣ ਪਰਮਾਤਮਾ ਨੇ ਤੁਰੁੱਠਣਾ ਹੈ ਉਦਣ ਸਾਨੂੰ ਗੁਰੂ ਨਾਲ ਮਿਲਾਉਣਾ ਹੈ, ਉਦਣ ਸਾਡੇ ਘਰ ਸਿੱਖੀ ਆਉਣੀ ਹੈ।
उदन फिर असी केस रखने ने, अमृत छकना है, फिर असी गुरुद्वारे नाल जुड़ना है, संगत नाल जुड़ना है, सेवा नाल जुड़ना है, सिमरन नाल जुड़ना है। अपने पुरखियां तो यही गल सानू सीखण दी लोड़ है। असी उज्जैन दा एक पंडित होया है विशंबर दास, असी उहदे पुत्र वर्गे बन गए आ। ਉਹ ਆਉਂਦਾ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ, ਆਪਣੀ ਕਾਰ ਭੇਟ ਲੈ ਕੇ ਆਉਂਦਾ ਸੀ, ਬਖਸ਼ਿਸ਼ ਲੈ ਕੇ ਚਲਾ ਜਾਂਦਾ ਸੀ। ਉਹਨੇ ਸੋਚਿਆ ਵੀ ਕਿਉਂ ਨਾ ਹੋਵੇ, ਮੈਂ ਆਪਣੇ ਹੁੰਦਿਆਂ ਮੈਂ ਆਪਣੇ ਪੁੱਤਰ ਨੂੰ ਵੀ ਇਸ ਰਸਤੇ ਤੇ ਤੋਰ ਦਿਆਂ। ਉਹਨੇ 600 ਰੁਪਈਆ ਦੇ ਕੇ ਆਪਣੇ ਪੁੱਤਰ ਨੂੰ ਘੱਲਿਆ ਵੀ ਬਖਸ਼ਿਸ਼ ਲੈ ਕੇ ਆਵੀਂ। ਹੁਣ ਜਦੋਂ ਉਹਨੇ ਆ ਕੇ ਮੱਥਾ ਟੇਕਿਆ, ਗੁਰੂ ਤੋਂ ਬਖਸ਼ਿਸ਼ ਮੰਗੀ, ਗੁਰੂ ਪਿਤਾ ਮਹਾਰਾਜ ਨੇ ਉਹਨੂੰ ਬਚਨ ਆਖੇ ਕਿ ਭਾਈ ਗੁਰੂ ਦੀ ਤੇਰੇ ਤੇ ਬੜੀ ਕਿਰਪਾ ਹੈ, ਬਖਸ਼ਿਸ਼ ਹੈ। ਉਹਨੂੰ ਇਤਿਹਾਸ ਤੇ ਵੀ ਕਹਿੰਦਾ ਵੀ ਉਹਨੂੰ ਪ੍ਰਸ਼ਾਦ ਵੀ ਦਿੱਤਾ ਹੈ, ਸਿਰੋਪਾਓ ਵੀ ਦਿੱਤਾ ਹੈ। ਪਰ ਉਹ ਐਸਾ ਕਮਲਾ ਨਿਕਲਿਆ ਵੀ ਉਹ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਨਹੀਂ ਪਹੁੰਚ ਸਕਿਆ। ਉੱਥੇ ਹੀ ਸਾਰਾ ਕੁਝ ਉਹ ਦੇ ਗਿਆ। ਜਿਸ ਕਿਰਸਾਨ ਦੇ ਘਰ ਰਿਹਾ, ਉਹਨਾਂ ਦੇ ਕੋਲ ਝੋਰਾ ਕਰਦਾ ਰਿਹਾ ਵੀ ਆ ਵੇਖੋ ਮੈਨੂੰ ਕੀ ਮਿਲਿਆ, ਪਤਾ ਨਹੀਂ ਮੇਰਾ ਬਾਪ ਕਮਲਾ ਹੈ। ਤੋ ਜ਼ਿਮੀਂਦਾਰ ਸਿਆਣਾ ਸੀ, ਸਿੱਖ ਸੀ, ਗੁਰੂ ਦਾ ਬਖਸ਼ਿਆ ਨਵਾਜਿਆ ਸਿੱਖ ਸੀ। ਉਹਨੇ ਕਿਹਾ ਭਾਈ ਤੂੰ ਇੱਦਾਂ ਕਰ, ਜਿੰਨਾ ਤੂੰ ਸਮਝਦਾ ਹੈ, ਘਾਟਾ ਪਿਆ ਤੈਨੂੰ ਜਾਂ ਜੋ ਕੁਝ ਤੂੰ ਦੇ ਕੇ ਆਇਆ ਤੂੰ ਮੇਰੇ ਤੋਂ ਲੈ ਲੈ ਤੇ ਬਖਸ਼ਿਸ਼ ਮੈਨੂੰ ਦੇ ਦੇ। ਜਦੋਂ ਉਹਨੂੰ 600 ਰੁਪਈਆ ਵਾਪਸ ਮਿਲ ਗਿਆ, ਉਹ ਤੇ ਖੁਸ਼ ਹੋ ਗਿਆ ਵੀ ਮੇਰੀ ਤਾਂ ਪੇਮੈਂਟ ਵਾਪਸ ਆ ਗਈ, ਮੇਰਾ ਤੇ ਪੈਸਾ ਜਿਹੜਾ ਸੀ ਉਹ ਮੈਨੂੰ ਵਾਪਸ ਮੁੜ ਆਇਆ। ਹੁਣ ਉਸ ਨੇ ਵਪਾਰ ਕੀਤਾ, ਚਮਕੌਰ ਸਾਹਿਬ ਤੋਂ ਤੁਰਿਆ ਤੇ ਉਜੈਨ ਤੱਕ। ਕਹਿੰਦੇ ਉਸਨੇ 3000 ਤੋਂ ਲੈ ਕੇ 3200 ਤੱਕ ਉਹਨੇ ਕਮਾ ਲਿਆ। ਪਰ ਜਦੋਂ ਪਿਤਾ ਨੂੰ ਜਾ ਕੇ ਦੱਸਿਆ ਤਾਂ ਉਹਨੇ ਮੱਥੇ ਨੂੰ ਹੱਥ ਮਾਰਿਆ ਵੀ ਇਹ ਕੀ ਕੀਤਾ ਹੈ। ਕਹਿਣ ਲੱਗਾ ਬਾਪੂ ਤੈਨੂੰ ਕੀ ਅਕਲ ਹੈ। ਅੱਜ ਦੇ ਸਿੱਖ ਨੂੰ ਇਦਾਂ ਹੀ ਲੱਗਦਾ ਵੀ ਸਾਡੇ ਪੁਰਖਿਆਂ ਨੂੰ ਤਾਂ ਕੋਈ ਸਮਝ ਹੀ ਨਹੀਂ ਸੀ, ਉਹਨਾਂ ਨੇ ਤਾਂ ਗੁਰੂ ਕੋਲੋਂ ਮੰਗਿਆ ਹੀ ਕੁਝ ਨਹੀਂ। ਅੱਜ ਜਿਹੜਾ ਦਿਨ ਹੈ ਬਹੁਤ ਵੱਡਾ ਦਿਨ ਹੈ ਮੇਰੀ ਕੌਮ ਵਾਸਤੇ। ਇਹ ਠੀਕ ਹੈ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਨੇ ਉਚੇਚੇ ਤੌਰ ਤੇ ਵੀ ਜ਼ਿਕਰ ਕੀਤਾ ਹੈ, ਔਰ ਤੁਸੀਂ ਆਪਣਾ ਇਤਿਹਾਸ ਵੀ ਪੜ੍ਹੋਗੇ ਤਾਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਸੀ ਉਹ ਕੱਲ੍ਹ ਦੇ ਦਿਨ 20 ਤਰੀਕ ਨੂੰ ਵਰਤਿਆ ਸੀ। ਇਹ ਅੱਜ ਦੇ ਦਿਨ ਤਾਂ ਉੱਥੋਂ ਦੀਆਂ ਚਾਬੀਆਂ ਜਿਹੜੀਆਂ ਸੀ ਉਹ ਸਰਦਾਰ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਡੀਸੀ ਕਰੀ ਤੋਂ ਮਿਲੀਆਂ ਸੀ। ਤੇ ਕੱਲ ਦਾ ਉਹ ਦਿਨ ਹੈ ਕਿ ਜਦੋਂ ਸਾਰਾ ਫਿਰ ਇਹ ਉਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ, ਉਹਨਾਂ ਦੀ ਸੰਭਾਲ ਕੀਤੀ ਗਈ। 23 ਤਰੀਕ ਤੱਕ ਇਹ ਸਾਰਾ ਇਸੇ ਤਰ੍ਹਾਂ ਹੀ ਇਹ ਸੰਘਰਸ਼ ਚੱਲਦਾ ਹੈ ਕਿ ਫਿਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਉਹ ਜਿਹੜੀ ਸ਼੍ਰੋਮਣੀ ਕਮੇਟੀ ਉਸ ਵੇਲੇ ਕੁਝ ਮਹੀਨੇ ਪਹਿਲਾਂ ਬਣੀ ਸੀ, ਇਹ ਉਹਦੇ ਹੱਥ ਆਉਂਦਾ ਹੈ। ਪਰ ਕੀ ਉਹ ਜਿਹੜੇ ਸਾਡੇ ਪੁਰਖੇ ਬਜ਼ੁਰਗ ਸਨ, ਭਾਈ ਲਛਮਣ ਸਿੰਘ ਧਾਰੋਵਾਲ, ਉਹਨਾਂ ਦੇ ਨਾਲ ਜਿਹੜੇ ਭਾਈ ਟਹਿਲ ਸਿੰਘ ਵਰਗੇ ਸਨ, ਸਰਦਾਰ ਕਰਤਾਰ ਸਿੰਘ ਝੱਬਰ ਹੋਰੀ ਸਨ, ਕੀ ਉਹ ਸਿਆਣੇ ਸਿੱਖ ਨਹੀਂ ਸੀ? ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ। ਉਹ ਜਿਹੜੇ ਪੁਰਖੇ ਸਨ ਉਹ ਘਰੋਂ ਗੁਰਦੁਆਰੇ ਅਰਦਾਸਾਂ ਸੋਧ ਕੇ ਤੁਰੇ ਨੇ। ਇਹ ਕਥਾ ਤੁਸੀਂ ਕੱਲ੍ਹ ਵੀ ਸੁਣੀ ਹੋਏਗੀ। ਅੱਗੇ ਇਹ ਅਗਰ ਇਹਨੂੰ ਅਸੀਂ ਇੱਕ ਬਾਤ ਦੇ ਤੌਰ ਤੇ ਸੁਣਾਂਗੇ ਤੇ ਉਹਦੀ ਬੜਾ ਲੰਬਾ ਸਮਾਂ ਲੱਗਦਾ ਹੈ ਕਿ ਕਿਵੇਂ ਕਿਵੇਂ ਇਹ ਸਿੰਘ ਆਪਣੀਆਂ ਸਿੰਘਣੀਆਂ ਵੀ ਨਾਲ ਲੈ ਕੇ ਤੁਰੇ ਸਨ।
ਜਿੱਦਣ ਭਾਈ ਧਾਰੋਵਾਲ ਤੁਰਦਾ ਹੈ, ਉਹ ਥੋੜੇ ਜਿਹੇ ਸਿੰਘ ਲੈ ਕੇ ਤੁਰਦਾ ਹੈ। ਚਲਦਿਆਂ ਚਲਦਿਆਂ ਗਿਣਤੀ 150 ਹੋ ਜਾਂਦੀ ਹੈ। ਫਿਰ ਉੱਥੇ ਜਾ ਕੇ ਸਿੰਘਣੀਆਂ ਨੂੰ ਗੁਰਦੁਆਰਾ ਤੰਬੂ ਸਾਹਿਬ ਵੱਲ ਭੇਜ ਦਿੱਤਾ ਜਾਂਦਾ ਹੈ, ਤੇ ਨਾਲ ਭਾਈ ਟਹਿਲ ਸਿੰਘ 18 ਰੁਪਏ ਵੀ ਉਹਨਾਂ ਨੂੰ ਦਿੰਦਾ ਹੈ ਵੀ ਜੇ ਅਸੀਂ ਸ਼ਹੀਦ ਹੋ ਗਏ ਤੇ ਸਾਡਾ ਪਾਠ ਤੇ ਕਰਾ ਦੋਗੇ ਤੁਸੀਂ। ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਕਿ ਉਹ ਇੱਕ ਮਿਸ਼ਨ ਨੂੰ ਸਮਰਪਿਤ ਹੋ ਕੇ ਤੁਰੇ ਸਨ ਔਰ ਇਹ ਮੰਨ ਕੇ ਤੁਰੇ ਸਨ ਕਿ ਅਸੀਂ ਆਪਣੇ ਪ੍ਰਾਣਾਂ ਦੀ ਆਹੂਤੀ ਜਾ ਕੇ ਉੱਥੇ ਦੇਣੀ ਹੈ। ਇਤਿਹਾਸ ਤੇ ਵੀ ਕਹਿੰਦਾ ਉਹਨਾਂ ਨੇ ਅਰਦਾਸ ਕੀਤੀ ਸੀ ਕਿ ਮਹਾਰਾਜ ਅਸੀਂ ਆਪਣੇ ਖੂਨ ਨਾਲ ਅਸੀਂ ਤੇਰੇ ਇਸ ਅਸਥਾਨ ਤੇ ਜਿਹੜੇ ਪਾਪ ਹੋਏ ਨੇ ਉਹਨਾਂ ਨੂੰ ਧੋਣਾ ਚਾਹੁੰਦੇ ਆ। ਇਹ ਉਹਨਾਂ ਦੇ ਬਚਨ ਸਨ, ਇਹ ਉਹਨਾਂ ਦੇ ਬੇਨਤੀ ਦੇ ਅੱਖਰ ਸਨ। ਉਹਨਾਂ ਨੂੰ ਪਤਾ ਸੀ ਇੱਥੇ ਇੰਨਾ ਪਾਪ ਹੋ ਚੁੱਕਿਆ। ਮੈਨੂੰ ਤਾਂ ਕਈ ਦਿਨ ਹੋ ਗਏ ਬੰਗਲਾ ਸਾਹਿਬ ਬੈਠ ਕੇ ਗੱਲ ਕਰਦੇ ਆ ਕਿ ਇਹ ਪ੍ਰਬੰਧ ਸਾਨੂੰ ਵੋਟਾਂ ਨਾਲ ਨਹੀਂ ਮਿਲਿਆ। ਇਹ ਤੇ ਬਹੁਤ ਸਮਾਂ ਬਾਅਦ ਜਾ ਕੇ ਸਿੱਖਾਂ ਨੇ ਆਪਸ ਵਿੱਚ ਸੋਚਿਆ ਕਿ ਇਸ ਪ੍ਰਬੰਧ ਨੂੰ ਸੁਚਾਰੂ ਚਲਾਉਣ ਦਾ ਤਰੀਕਾ ਕੀ ਹੈ, ਤੇ ਫਿਰ ਉਹਨਾਂ ਨੇ ਇੱਕ ਐਕਟ ਬਣਿਆ। ਉਹਦੇ ਵਿੱਚ ਇਹ ਜਿਹੜਾ ਅੱਜ ਦਾ ਮੌਜੂਦਾ ਸਟਰਕਚਰ ਹੈ ਸ਼੍ਰੋਮਣੀ ਕਮੇਟੀ ਦਾ, ਇਹ ਸਾਡੇ ਸਾਹਮਣੇ ਆਉਂਦਾ ਹੈ। ਔਰ ਸਾਡੇ ਵਿੱਚ ਅੱਜ ਵੀ ਉਹ ਵੀਰ ਹੈਗੇ ਨੇ ਜਿਹੜੇ ਕਹਿੰਦੇ ਨੇ ਜੀ ਵੋਟਾਂ ਨਹੀਂ ਹੋਣੀਆਂ ਚਾਹੀਦੀਆਂ, ਪਰ ਮੈਨੂੰ ਨਹੀਂ ਸਮਝ ਆਈ ਵੀ ਇਸ ਤੋਂ ਵਧੀਆ ਹੋਰ ਤਰੀਕਾ ਵੀ ਕਿਹੜਾ ਹੈਗਾ। ਨਹੀਂ ਤਾਂ ਫਿਰ 100-150 ਜਿਹੜੇ ਬਹੁਤੇ ਆਪਣੇ ਆਪ ਨੂੰ ਕਹਿਣਗੇ ਉਹ ਲੱਠ ਲੈ ਕੇ ਖਲੋ ਜਾ ਕਰਨਗੇ, ਕਹਿਣਗੇ ਆ ਜਾਓ ਲੈ ਲਓ ਪ੍ਰਬੰਧ ਸਾਡੇ ਕੋਲੋਂ। ਇਹ ਸਿਸਟਮ ਸਾਰਾ ਹੀ ਖਰਾਬ ਹੋ ਜਾਏਗਾ। ਲੋੜ ਇਸ ਗੱਲ ਦੀ ਨਹੀਂ। ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ, ਅਸੀਂ ਕੀ ਕੀਤਾ ਹੈ? ਅਸੀਂ ਅੱਧਾ ਸਿਸਟਮ ਲਿਆ। ਸਾਨੂੰ ਸਿਸਟਮ ਲੈਣਾ ਚਾਹੀਦਾ ਅਮਰੀਕਾ ਵਾਲਾ, ਕਿਉਂਕਿ ਇਹ ਪ੍ਰਣਾਲੀ ਉੱਥੋਂ ਆਈ ਹੈ। ਅਸੀਂ ਤਾਂ ਇੱਕ ਪੁਰਖੀ ਰਾਜ ਦੇ ਮੁਲਕ ਵਾਲੇ ਹਾਂ ਵੀ ਇੱਕ ਰਾਜਾ ਬਣ ਗਿਆ ਬਾਕੀ ਪ੍ਰਜਾ ਬਣ ਗਈ। ਇਹ ਡੈਮੋਕ੍ਰੇਟਿਕ ਸਿਸਟਮ ਜਿਹੜਾ ਹੈ ਇਹ ਬਾਹਰੋਂ ਆਇਆ, ਪਰ ਉਹਦੇ ਵਿੱਚ ਸਾਨੂੰ ਉਸ ਨਿਯਮਾਵਲੀ ਨੂੰ ਵੀ ਤੇ ਅਪਣਾਉਣਾ ਚਾਹੀਦਾ ਨਾ ਕਿ ਕਿਵੇਂ ਕਿੰਨਾ ਚਿਰ ਕੋਈ ਇੱਕ ਮੁੱਖ ਸੇਵਾਦਾਰ ਬਣ ਸਕਦਾ, ਕਿੰਨੀਆਂ ਟਰਮਾਂ ਉਹਦੀਆਂ ਟੋਟਲ ਹੋ ਸਕਦੀਆਂ ਨੇ, ਤਾਂ ਕਿ ਉਹਨੂੰ ਇਹ ਤੇ ਪਤਾ ਹੋਵੇ ਨਾ। ਅੱਜ ਤੁਸੀਂ ਵੇਖੋ ਅਮਰੀਕਾ ਦੇ ਵਿੱਚ ਕਿੰਨੇ ਰਾਸ਼ਟਰਪਤੀ ਤੁਰੇ ਫਿਰਦੇ ਨੇ, ਕਿ ਉਹ ਹਟਣ ਤੋਂ ਬਾਅਦ ਮਰੇ ਤੇ ਨਹੀਂ ਨਾ, ਤੇ ਉਹਨਾਂ ਨੂੰ ਇਹ ਵੀ ਪਤਾ ਹੈ। ਇਸੇ ਕਰਕੇ ਜਿਹੜਾ ਉੱਥੇ ਬਣਦਾ ਉਹਨੂੰ ਇਹ ਪਤਾ ਹੁੰਦਾ ਹੈ ਕਿ ਮੈਂ ਹਟਣ ਤੋਂ ਬਾਅਦ ਮਰਨਾ ਨਹੀਂ, ਪਰ ਇਹ ਲਾਹਣਤਾਂ ਮੇਰੀ ਝੋਲੀ ਵਿੱਚ ਪੈਣਗੀਆਂ ਜੇ ਮੈਂ ਪ੍ਰਬੰਧ ਠੀਕ ਨਾ ਕੀਤਾ। ਪਰ ਇੱਥੇ ਤਾਂ ਅਗਲੇ ਸਿਸਟਮ ਨੂੰ ਪ੍ਰਾਪਤ ਕਰਨ ਲਈ ਕਈ ਵਾਰੀ ਅਸੀਂ ਸਮਝੌਤੇ ਵੀ ਕਰ ਜਾਂਦੇ ਹਾਂ। ਉਹਨਾਂ ਸਾਡੇ ਪੁਰਖਿਆਂ ਨੇ ਸਮਝੌਤੇ ਨਹੀਂ ਸੀ ਕੀਤੇ। ਨਹੀਂ ਤਾਂ ਭਾਈ ਉੱਤਮ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਦਾ ਫੈਸਲਾ ਇਹ ਹੈ। ਇਹਨਾਂ ਵੱਡੇ ਗੁਰਮੁਖ ਪਿਆਰਿਆਂ ਨੇ ਆ ਵੇਖੋ ਸਾਨੂੰ ਚਿੱਠੀ ਦਿੱਤੀ ਹੈ, ਉਹਦੇ ਤੇ ਦਸਤਖਤ ਨੇ, ਤੁਸੀਂ ਉਡੀਕ ਕਰ ਲਓ। ਪਰ ਉਹਨਾਂ ਨੂੰ ਪਤਾ ਸੀ ਗੱਲ ਗੱਲੀ ਪਈ ਤੇ ਰਹਿ ਜਾਏਗੀ। ਕਹਿਣ ਲੱਗੇ ਨਹੀਂ, ਅਸੀਂ ਫੈਸਲਾ ਕਰਕੇ ਤੁਰੇ ਹਾਂ। ਮੈਂ ਇੱਕ ਬੇਨਤੀ ਕਰਾਂ, ਇਹ ਸਾਡੀ ਤਵਾਰੀਖ ਹੈ, ਇਹ ਸਾਡਾ ਇਤਿਹਾਸ ਹੈ। ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਕੋਈ ਇਸ ਤਰ੍ਹਾਂ ਨਹੀਂ ਸੀ ਫੈਸਲੇ ਕੀਤੇ। ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਰੀ ਆਏ ਸੀ, ਜੇ ਆਪਾਂ ਕਹੀਏ ਉਦੋਂ ਸਾਰੀ ਕੌਮ ਨੇ ਕੋਈ ਇਸ ਤਰ੍ਹਾਂ ਸਲਾਹ ਕੀਤੀ ਹੋਏਗੀ, ਨਹੀਂ। ਹਾਂ, ਕੁਝ ਗੁਰੂ ਦੇ ਬਹੁਤ ਪਿਆਰ ਵਿੱਚ ਭਿੱਜਿਆ ਨੂੰ ਕੋਈ ਇੱਕ ਦੋ ਮੁਖੀਆਂ ਨੂੰ ਇਸ ਗੱਲ ਦਾ ਫੈਸਲੇ ਦਾ ਜ਼ਰੂਰ ਪਤਾ ਹੋਏਗਾ ਕਿ ਆਉਣ ਵਾਲੇ ਸਮੇਂ ਵਿੱਚ ਕੀ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਕੁਰਬਾਨੀਆਂ ਇੱਦਾਂ ਹੀ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਸ਼ਹਾਦਤਾਂ ਹੋਇਆ ਕਰਦੀਆਂ ਨੇ ਭਾਈ। ਇਸੇ ਤਰ੍ਹਾਂ ਦੇ ਹੀ ਕੀਰਤੀਮਾਨ ਧਰਤੀ ਦੇ ਉੱਤੇ ਜਿਹੜੇ ਮਰਜੀਵੜੇ ਹੁੰਦੇ ਨੇ ਉਹ ਛੱਡ ਕੇ ਜਾਇਆ ਕਰਦੇ ਨੇ ਭਾਈ। ਔਰ ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਿਰਫ ਇਹ ਚੀਜ਼ ਤੁਹਾਡੇ ਵਿੱਚ ਹੈ। ਤੁਸੀਂ ਦੁਨੀਆ ਦੀਆਂ ਕੌਮਾਂ ਦਾ ਇਤਿਹਾਸ ਪੜ੍ਹ ਲਓ, ਸ਼ਹਾਦਤ ਕਿਤੇ ਨਹੀਂ ਹੈ। ਹਾਲਾਂਕਿ ਸ਼ਬਦ ਵੀ ਅਰਬੀ ਦਾ ਸ਼ਬਦ ਹੈ, ਇਹ ਪੰਜਾਬੀ ਦਾ ਸ਼ਬਦ ਨਹੀਂ ਹੈ। ਨਾ ਸ਼ਹੀਦ ਨਾ ਸ਼ਹਾਦਤ, ਇਹ ਅਰਬੀ ਦੇ ਸ਼ਬਦ ਨੇ।
ਪਰ ਇਹਨਾਂ ਨੂੰ ਜੇ ਇਹ ਕਿਹਾ ਜਾਏ ਕਿ ਮੰਨਿਆ ਕਿੰਨੇ, ਕਮਾਇਆ ਕਿੰਨੇ, ਵਿਖਾਇਆ ਕਿੰਨੇ, ਤਾਂ ਸਿੱਖਾਂ ਨੇ ਵਿਖਾਇਆ ਭਾਈ। ਗੁਰੂ ਅਰਜਨ ਦੇ ਪਿਤਾ ਮਹਾਰਾਜ ਨੂੰ ਅੰਮ੍ਰਿਤਸਰ ਤੋਂ ਪਕੜ ਕੇ ਨਹੀਂ ਸੀ ਲੈ ਕੇ ਜਾਇਆ ਗਿਆ। ਸਤਿਗੁਰੂ ਆਪ ਲਾਹੌਰ ਗਏ ਸਨ। ਗੁਰੂ ਤੇਗ ਬਹਾਦਰ ਪਿਤਾ ਜੀ ਨੂੰ ਆਨੰਦਪੁਰ ਸਾਹਿਬ ਤੋਂ ਪਕੜ ਕੇ ਲੈ ਕੇ ਨਹੀਂ ਜਾਇਆ ਗਿਆ ਸੀ। ਇਹ ਪਹਿਲੀ ਵਾਰੀ ਸੀ ਕਿ ਕੋਈ ਮਕਤੂਲ ਆਪ ਚੱਲ ਕੇ ਕਤਲਗਾਹ ਵਿੱਚ ਪਹੁੰਚਦਾ। ਗਵਾਲੀਅਰ ਦੇ ਕਿਲੇ ਵਾਸਤੇ ਗੁਰੂ ਹਰਗੋਬਿੰਦ ਪਿਤਾ ਜੀ ਨੂੰ ਅੰਮ੍ਰਿਤਸਰ ਤੋਂ ਪਕੜਿਆ ਨਹੀਂ ਸੀ ਗਿਆ। ਵੇਖੋ, ਕਿਸੇ ਨੂੰ ਫੜ ਕੇ ਸੂਲੀ ਤੇ ਟੰਗ ਦਿੱਤਾ, ਮੈਂ ਇਹ ਨਹੀਂ ਕਹਿੰਦਾ ਕਿ ਉਹਦੀ ਕੁਰਬਾਨੀ ਨਹੀਂ ਹੋ ਸਕਦੀ, ਉਹਨਾਂ ਦੀ ਕੋਈ ਵਡਿਆਈ ਨਹੀਂ ਹੋ ਸਕਦੀ। ਬਹੁਤ ਵਡਿਆਈ ਹੈ, ਬੜੀ ਕੁਰਬਾਨੀ ਹੈ, ਪਰ ਇਹ ਸ਼ਹਾਦਤ ਇੱਕ ਵੱਖਰਾ ਸ਼ਬਦ ਹੈ। ਸ਼ਹਾਦਤ ਇੱਕ ਵੱਖਰਾ ਸ਼ਬਦ ਹੈ। ਹੁਣ ਜਿੱਥੇ ਭਾਈ ਲਛਮਣ ਸਿੰਘ ਧੀਰੋਵਾਲ ਹੋਰੀ ਜਦੋਂ ਤੁਰਦੇ ਨੇ, ਹੁਣ ਪੁੱਛਿਆ ਜਾਏ ਵੀ ਉਹਨਾਂ ਦੀ ਕੀ ਐਮਰਜੈਂਸੀ ਸੀ ਜੀ? ਇਹ ਜਿਹੜੀਆਂ ਮਾੜੀਆਂ ਗੱਲਾਂ ਸੀ, ਕੀ ਇਹ ਤਰਨ ਤਾਰਨ ਸਾਹਿਬ ਤੋਂ ਨਹੀਂ ਸੀ ਸੁਣੀਆਂ ਗਈਆਂ? ਕੀ ਨਨਕਾਣਾ ਸਾਹਿਬ ਤੋਂ ਨਹੀਂ ਸੀ ਸੁਣੀਆਂ ਗਈਆਂ? ਕੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੁਝ ਇਹੋ ਜਿਹੀਆਂ ਗੱਲਾਂ ਨਹੀਂ ਹੋਈਆਂ, ਵਾਪਰੀਆਂ ਸੀ? ਕੀ ਨਹੀਂ ਹੋਇਆ? ਇੱਥੋਂ ਦੇ ਸਰਬਰਾਹ ਨੇ ਕੀ ਕਾਤਲਾਂ ਨੂੰ ਸਰੋਪੇ ਨਹੀਂ ਦਿੱਤੇ? ਬਹੁਤ ਕੁਝ ਹੋਇਆ। ਕਿ ਸਿੱਖਾਂ ਦੀਆਂ ਅਰਦਾਸਾਂ ਤੋਂ ਮੁਨਕਰ ਨਹੀਂ ਹੋਇਆ ਗਿਆ? ਹੋਇਆ ਗਿਆ। ਕਿ ਛੋਟੇ ਜਿਹੇ ਬੱਚੇ ਨੂੰ ਸਰੋਵਰ ਦੇ ਵਿੱਚ ਤਰਨਤਾਰਨ ਸਾਹਿਬ ਡੋਬ ਕੇ ਨਹੀਂ ਮਾਰ ਦਿੱਤਾ ਗਿਆ? ਕਿ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਕਿ ਇੱਥੇ ਦਰਿੰਦਗੀ ਨਹੀਂ ਹੋਈ? ਜਿਹੜਾ ਸਿੰਧੀ ਪਰਿਵਾਰ ਦੇ ਨਾਲ ਨਨਕਾਣਾ ਸਾਹਿਬ ਭਾਣਾ ਵਰਤਦਾ ਹੈ, ਕਿ ਉਸ ਤੋਂ ਬਾਅਦ ਇਹ ਐਮਰਜੈਂਸੀ ਸਭ ਕੁਝ ਹੋਇਆ ਹੈ? ਨਹੀਂ ਹੋਇਆ। ਪਰ ਸਵਾਲ ਇਹ ਹੈ ਕਿ ਜਦੋਂ ਉਹਨਾਂ ਨੇ ਇੱਕ ਫੈਸਲਾ ਕਰ ਲਿਆ, ਇਸੇ ਕਰਕੇ ਸੀ ਕਿ ਜਦੋਂ ਭਾਈ ਉੱਤਮ ਸਿੰਘ ਹੋਰੀ ਰੋਕਦੇ ਵੀ ਨੇ ਤਾਂ ਕਹਿੰਦੇ ਨੇ ਨਹੀਂ, ਹੁਣ ਅਸੀਂ ਅਰਦਾਸ ਕਰ ਚੁੱਕੇ ਹਾਂ, ਔਰ ਉਹ ਫੈਸਲਾ ਕਰਕੇ ਗਏ ਨੇ, ਅਸੀਂ ਹਥਿਆਰ ਨਹੀਂ ਚੁੱਕਾਂਗੇ, ਅਸੀਂ ਉਹਨਾਂ ਦਾ ਕੋਈ ਅੱਗੋਂ ਮੁਕਾਬਲਾ ਨਹੀਂ ਕਰਾਂਗੇ। ਨਹੀਂ ਤਾਂ ਕੀ ਨਹੀਂ ਹੋ ਸਕਦਾ? ਇਸ ਤੋਂ ਵੱਡੀ ਮਾਰਸ਼ਲ ਕੌਮ ਕਿਹੜੀ ਹੈ? ਸਾਡੇ ਤੋਂ ਵੱਧ ਜੁਝਾਰੂ ਵੀ ਕੋਈ ਹੋ ਸਕਦਾ? ਤੁਸੀਂ ਆਪਣਾ ਇਤਿਹਾਸ ਤਾਂ ਪੜ੍ਹੋ ਨਾ, ਕਿ ਜੇ ਫਰਕਸ਼ੀਅਰ ਵਰਗਾ ਬਾਦਸ਼ਾਹ ਪੁੱਛਦਾ ਹੈ ਵੀ ਤੁਹਾਡੇ 'ਚ ਬਾਜ ਸਿੰਘ ਕੌਣ ਹੈ, ਤਾਂ ਕਹਿੰਦਾ ਜੀ ਹੁਣੇ ਦੱਸ ਦਿੰਦੇ ਤੁਹਾਨੂੰ ਕੌਣ ਹੈ। ਮਤਲਬ ਕਈ ਦਿਨਾਂ ਦੇ ਭੁੱਖੇ ਸਿੱਖ ਜਿਨ੍ਹਾਂ ਦੇ ਹੱਥਾਂ ਪੈਰਾਂ ਨੂੰ ਜਕੜਿਆ ਹੋਇਆ ਹੈ, ਤੇ ਜਦੋਂ ਉਹਨਾਂ ਨੂੰ ਵੰਗਾਰਿਆ ਜਾਂਦਾ ਤਾਂ ਤੁਸੀਂ ਵੇਖੋ ਵੀ ਕਿੰਨਿਆਂ ਦੇ ਆਹੂ ਲਾਉਂਦੇ ਨੇ। ਉੱਥੇ ਇਤਿਹਾਸ ਕੁਝ ਹੋਰ ਹੋ ਸਕਦਾ ਸੀ। ਜਿਹੜੇ 150 ਦੇ ਕਰੀਬ ਸਿੰਘ ਅੰਦਰ ਜਾਂਦੇ ਨੇ, ਅਗਰ ਉਹ ਕਿਤੇ ਸ਼ਸਤਰਬੱਧ ਹੋ ਕੇ ਜਾਂਦੇ ਤੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਕਿ ਰਾਂਝੇ ਰਿਹਾਣੇ ਵਰਗੇ ਲੱਭਣੇ ਵੀ ਨਹੀਂ ਸੀ ਉੱਥੇ। ਉਹਨਾਂ ਮਾੜੀਆਂ ਕਰਮ ਕਰਤੂਤਾਂ ਵਾਲੇ ਸਿੰਘਾਂ ਨੇ, ਉਹਨਾਂ ਮਾੜੀਆਂ ਕਰਮ ਕਰਤੂਤਾਂ ਵਾਲੇ ਬੰਦਿਆਂ ਨੇ ਸਿੰਘਾਂ ਦਾ ਕੀ ਮੁਕਾਬਲਾ ਕਰਨਾ ਸੀ? ਪ੍ਰੀਤੀ ਸਿੰਘ ਆਪਣੀ ਪ੍ਰਾਣਾਂ ਦੀ ਆਹੂਤੀ ਦੇਣ ਗਏ ਸਨ, ਉਹ ਆਪਾ ਕੁਰਬਾਨ ਕਰਨ ਗਏ ਸਨ। ਇੱਕ ਹਕੀਕਤ ਹੈ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਜਾਤ ਹੈ। ਹੁਣ ਤੁਸੀਂ ਵੇਖਿਆ ਫਿਰ ਕਿੰਨੇ ਘੰਟੇ ਲੱਗਦੇ ਨੇ। ਉਹ ਨਿਜ਼ਾਮ ਜਿਹੜਾ ਸਦੀਆਂ ਸਮਾਂ ਬਤੀਤ ਹੋ ਚੁੱਕਾ ਸੀ, ਕਦੋਂ ਸਿੱਖ ਜੰਗਲਾਂ ਵਿੱਚ ਗਏ ਤੇ ਕਦੋਂ ਇਹਨਾਂ ਅਸਥਾਨਾਂ ਦਾ ਪ੍ਰਬੰਧ ਜਿਹੜਾ ਸੀ ਉਹ ਮਹੰਤਾਂ ਨੂੰ ਮਿਲਿਆ। ਬੜੇ ਬੜੇ ਨੇਕ ਮਹੰਤ ਵੀ ਹੋਏ, ਬੜੇ ਬੜੇ ਭਲੇ ਸਾਧੂ ਵੀ ਇਸ ਸੇਵਾ ਦੇ ਵਿੱਚ ਆਏ। ਪਰ ਇਤਿਹਾਸ ਇਹ ਕਹਿੰਦਾ ਹੈ ਕਿ ਮਹੰਤ ਨਰੈਣੂ ਤੋਂ ਪਹਿਲਾਂ ਜਿਹੜੇ 2 ਮਹੰਤ ਨੇ ਉਹ ਅਤ ਮਾੜੀਆਂ ਬਿਮਾਰੀਆਂ ਨਾਲ ਮਰੇ, ਸਿਰਫ ਆਪਣੀਆਂ ਮਾੜੀਆਂ ਕਰਤੂਤਾਂ ਕਰਕੇ। ਪਰ ਇਹ ਤਾਂ ਉਹਨਾਂ ਦਾ ਵੀ ਸਾਰਿਆਂ ਦਾ ਬਾਪ ਨਿਕਲ ਆਇਆ। ਕਿਹੜਾ ਮਾੜਾ ਕਰਮ ਸੀ ਜਿਹੜਾ ਉੱਥੇ ਨਹੀਂ ਹੋਇਆ ਸੀਗਾ। ਪਰ ਅਖੀਰ ਇਹ ਇਸ ਤਰ੍ਹਾਂ ਹੀ ਹੋਣਾ ਸੀ ਕਿ ਜਿੰਨਾ ਚਿਰ ਸਿੰਘਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਨਹੀਂ ਸੀ ਦੇਣੀ, ਉਹਨਾਂ ਚਿਰ ਇਹ ਪਾਪ ਧੁੱਪਣੇ ਨਹੀਂ ਸਨ।
ਉੱਥੇ ਪਾਪ ਹੋਈ ਇੰਨੇ ਜਾ ਚੁੱਕੇ ਸਨ। ਇਹ ਫੈਸਲੇ ਪਹਿਲਾਂ ਹੋ ਜਾਣੇ ਚਾਹੀਦੇ ਸੀ। ਇਹ ਸਾਰਾ ਨਿਜ਼ਾਮ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਠੀਕ ਹੋ ਜਾਣਾ ਚਾਹੀਦਾ ਸੀ। ਕੀ ਹਾਲਾਤ ਰਹੇ ਹੋਣਗੇ, ਜਾਂ ਉਸ ਵੇਲੇ ਹੋ ਸਕਦਾ ਕੋਈ ਐਸੀ ਸ਼ਿਕਾਇਤ ਨਾ ਹੋਵੇ, ਉਸ ਵੇਲੇ ਇੱਦਾਂ ਦੀਆਂ ਜਿਹੜੀਆਂ ਮਾੜੀਆਂ ਗੱਲਾਂ ਇਹ ਸਾਹਮਣੇ ਨਾ ਆਉਂਦੀਆਂ ਹੋਣਗੀਆਂ, ਜਿਹੜਾ ਉਸ ਵੇਲੇ ਮਹਾਰਾਜਾ ਸਾਹਿਬ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਜੇ ਜਗੀਰਾਂ ਲਾਈਆਂ ਜਾ ਸਕਦੀਆਂ ਨੇ, ਜੇ ਸੋਨੇ ਦੀ ਸੇਵਾ ਕੀਤੀ ਜਾ ਸਕਦੀ ਹੈ, ਜੇ ਇਹਨਾਂ ਦੇ ਅਸਥਾਨਾਂ ਦੇ ਪੁਜਾਰੀਆਂ ਦੇ ਚਰਨ ਆਪਣੇ ਦਾੜੀ ਨਾਲ ਸਾਫ਼ ਕੀਤੇ ਜਾ ਸਕਦੇ ਨੇ, ਤਾਂ ਉੱਥੇ ਹੋਰ ਵੀ ਬਹੁਤ ਕੁਝ ਹੋ ਸਕਦਾ ਸੀ। ਹੋ ਸਕਦਾ ਉਹ ਸਮਾਂ ਠੀਕ ਹੋਵੇ। ਮੇਰੇ ਬੇਨਤੀ ਕਰਨ ਤੋਂ ਭਾਵ ਇਹ ਹੈ ਕਿ ਅੱਜ ਸਾਨੂੰ ਇਸ ਗੱਲ ਤੋਂ ਬਹੁਤ ਸੁਚੇਤ ਹੋਣ ਦੀ ਲੋੜ ਹੈ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਾਨੂੰ ਬਹੁਤ ਮਹਿੰਗੀ ਮਿਲੀ ਹੈ। ਬੜੀ ਵੱਡੀ ਕੀਮਤ ਸਾਡੇ ਬਜ਼ੁਰਗਾਂ ਨੇ ਤਾਰੀ ਹੈ। ਇਹਦੇ ਵਿੱਚ 12 ਸਾਲ ਦਾ ਇੱਕ ਬੱਚਾ ਵੀ ਹੈ, ਭਾਈ ਦਰਬਾਰਾ ਸਿੰਘ। ਇਹਦੇ ਵਿੱਚ ਸਾਡੇ ਬਜ਼ੁਰਗ ਵੀ ਨੇ, ਸਾਡੇ ਨੌਜਵਾਨ ਵੀਰ ਵੀ ਨੇ, ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ। ਜਦੋਂ ਵੀ ਕੋਈ ਸੱਜਣ, ਮੈਂ ਤੇ ਕਹਿਣਾ ਭਾਵੇਂ ਮਹੱਲੇ ਦਾ ਗੁਰਦੁਆਰਾ ਵੀ ਹੋਵੇ, ਜਦੋਂ ਵੀ ਕੋਈ ਸਿੰਘ ਕਵੇ ਕਿ ਮੈਂ ਇਹਦੀ ਸੇਵਾ ਵਿੱਚ ਆਉਣਾ ਹੈ, ਤੁਹਾਨੂੰ ਇੱਕ ਵਾਰੀ ਨਨਕਾਣਾ ਸਾਹਿਬ ਦਾ ਇਤਿਹਾਸ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਇੱਕ ਵਾਰੀ ਇਹ ਇਤਿਹਾਸ ਜ਼ਰੂਰ ਸੁਣ ਲੈਣਾ ਚਾਹੀਦਾ ਹੈ ਕਿ ਭਾਈ ਇਹ ਕੋਈ ਪੈਸੇ ਦੀ, ਕੋਈ ਸ਼ਕਤੀ ਦੀ ਗੱਲ ਨਹੀਂ ਹੈ। ਇਹ ਕੋਈ ਬਰਾਦਰੀ ਭਾਈਚਾਰੇ ਦਾ, ਇਹ ਕੋਈ ਤਾਕਤ ਦਾ ਕੋਈ ਮੁਜ਼ਾਹਰਾ ਨਹੀਂ ਹੈ ਕਿ ਆਪਾਂ ਕਿਹਾ ਜਾਵੇ ਵੀ ਚਲੋ ਜੀ ਤੁਸੀਂ, ਮੈਂ ਅੱਗੇ ਆਉਣਾ। ਨਹੀਂ, ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹਨਾਂ ਪਵਿੱਤਰ ਅਸਥਾਨਾਂ ਦੀ ਸੇਵਾ ਸੰਭਾਲ, ਔਰ ਸਾਡੀ ਅਰਦਾਸ ਕਿੰਨੀ ਪਿਆਰੀ ਹੈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਉਹ ਕੌਣ ਨੇ? ਜਿਨ੍ਹਾਂ ਨੇ ਆਪੇ ਨਿਸ਼ਾਵਰ ਕੀਤੇ ਨੇ, ਜਿਨੇ ਆਪਾ ਕੁਰਬਾਨ ਕੀਤਾ। ਅਸੀਂ ਉਹਨਾਂ ਗੁਰਸਿੱਖਾਂ ਦਾ ਵੀ ਇਤਿਹਾਸ ਪੜ੍ਹਿਆ। ਭਾਈ ਸੰਤ ਸਿੰਘ ਵਰਗੇ ਸਿੱਖ ਹੋਏ ਨੇ, ਜਿਨ੍ਹਾਂ ਦੇ ਕੋਲੋਂ ਆ ਕੇ ਮਹਾਰਾਜਾ ਅਰਦਾਸ ਕਰਾਉਂਦਾ ਹੈ ਕਿ ਮੇਰੇ ਇਹ ਮਿਸ਼ਨ ਪੂਰੇ ਹੋ ਜਾਣ। ਤੇ ਜਦੋਂ ਫਿਰ ਵਾਪਸ ਆ ਕੇ ਸ਼ੁਕਰਾਨੇ ਦੀ ਅਰਦਾਸ ਕਰਾਉਂਦਾ ਹੈ ਤੇ ਪੁੱਛਦਾ ਹੈ ਕਿ ਮੈਂ ਸੇਵਾ ਕੀ ਕਰ ਸਕਦਾ। ਤੇ ਉੱਥੇ ਕੋਈ ਆਪਣਾ ਨਿੱਜੀ ਸਵਾਰਥ ਨਹੀਂ ਕਹਿੰਦਾ। ਉਹ ਫਿਰ ਕਹਿੰਦੇ ਨੇ ਭਾਈ ਤੂੰ ਜੇ ਕਰ ਸਕਦਾ ਹੈ ਤੇ ਮਹਾਰਾਜ ਦੇ ਸਥਾਨ ਤੇ ਸੋਨੇ ਦੀ ਸੇਵਾ ਕਰ। ਸੋ ਅੱਜ ਦੇ ਇਸ ਦਿਹਾੜੇ ਨੂੰ ਜਦੋਂ ਸਾਨੂੰ ਇਹ ਪ੍ਰਬੰਧ ਪ੍ਰਾਪਤ ਹੁੰਦਾ ਹੈ, ਅੱਜ ਉਹ ਨਨਕਾਣਾ ਸਾਹਿਬ ਜਿਹਦੇ ਦਰਸ਼ਨਾਂ ਦੀ ਆਪਾਂ ਰੋਜ਼ ਅਰਦਾਸ ਕਰਦੇ ਆ, ਇਹ ਸਾਨੂੰ ਯਾਦ ਰਹਿਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਨੇ ਉੱਥੇ ਕੀਤੇ ਹੋਏ ਕੁਕਰਮਾਂ ਨੂੰ ਆਪਣੇ ਖੂਨ ਨਾਲ ਧੋਤਾ ਸੀ, ਆਪਣਾ ਲਹੂ ਡੋਲ ਕੇ ਉਹਨੂੰ ਸਾਫ਼ ਕੀਤਾ ਸੀ। ਕਿਤੇ ਨਾ ਕਿਤੇ ਇੱਕ ਪਛਤਾਵਾ ਸੀ ਕਿ ਸੱਚੇ ਪਾਤਸ਼ਾਹ, ਇਹ ਕਿਤੇ ਨਾ ਕਿਤੇ ਸਾਡੇ ਤੋਂ ਅਵੇਸਲਾਪਣ ਹੋਇਆ ਹੈ ਕਿ ਇੱਦਾਂ ਦੇ ਲੋਕ ਇਸ ਨਿਜ਼ਾਮ ਦੇ ਵਿੱਚ ਆ ਗਏ ਕਿ ਉਹਨਾਂ ਨੇ ਇੱਦਾਂ ਦੇ ਮਾੜੇ ਕਰਮ ਕੀਤੇ। ਤੁਸੀਂ ਯਕੀਨ ਕਰਨਾ, ਮੇਰਾ ਮਨ ਨਹੀਂ ਕਰਦਾ ਕਿ ਮੈਂ ਉਹਨਾਂ ਕੱਲੀ ਘਟਨਾ ਨੂੰ ਇੱਥੇ ਸੁਣਾਵਾਂ ਕਿ 6 ਸਾਲ ਦੀ ਬੱਚੀ ਨਾਲ ਕੀ ਕੀਤਾ ਗਿਆ, 13 ਸਾਲ ਦੀ ਸਾਡੀ ਧੀ ਨਾਲ ਕੀ ਕੀਤਾ ਗਿਆ, ਸਾਡੀਆਂ 6 ਭੈਣਾਂ ਨਾਲ ਕੀ ਕੀਤਾ ਗਿਆ। ਉੱਥੇ ਬਹੁਤ ਕੁਝ ਹੋਇਆ, ਪਰ ਸ਼ਾਇਦ ਉਹਨਾਂ ਗੁਰਸਿੱਖਾਂ ਨੂੰ ਪਤਾ ਸੀ ਕਿ ਇਹ ਕਿਸੇ ਪਾਣੀ ਨਾਲ ਪਾਪ ਧੋਤੇ ਨਹੀਂ ਜਾਣੇ, ਕਿਸੇ ਪੋਚੇ ਨਾਲ ਇਹ ਪਾਪ ਧੋਤੇ ਨਹੀਂ ਜਾਣੇ। ਇਹ ਤਾਂ ਖੂਨ ਦੇ ਨਾਲ ਇਹਨਾਂ ਪਾਪਾਂ ਨੂੰ ਧੋਤਾ ਜਾ ਸਕਦਾ ਹੈ। ਤੋ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਇਹ ਜਿਹੜਾ ਸਾਨੂੰ ਗੁਰਦੁਆਰਾ ਸੇਵਾ ਸੰਭਾਲ ਸੰਗਤ ਦੀ ਝੋਲੀ ਵਿੱਚ ਪਾਈ ਹੈ, ਤੁਸੀਂ ਵੇਖਿਆ ਹੈ। ਇਸੇ ਕਰਕੇ ਅਸੀਂ ਸ਼ਹਾਦਤ ਨੂੰ ਵੀ ਸੈਲੀਬ੍ਰੇਟ ਕਰਦੇ ਹਾਂ। ਅਸੀਂ ਅੱਜ ਦੇ ਦਿਨ ਰੋਂਦੇ ਨਹੀਂ ਆ। ਅਸੀਂ ਜਿਵੇਂ ਮੁਸਲਮਾਨ ਤਾਜੀਏ ਕੱਢ ਕੇ ਉਹ ਰੋਂਦੇ ਨੇ, ਅਸੀਂ ਰੋਂਦੇ ਨਹੀਂ ਆ। ਅਸੀਂ ਇਹਨਾਂ ਦਿਨਾਂ ਨੂੰ ਵੀ ਅਸੀਂ ਵੱਡੇ ਕਰਕੇ ਮੰਨਦੇ ਆ ਕਿ ਅੱਜ ਦੇ ਉਹ ਦਿਨ ਨੇ ਜਦੋਂ ਸਾਡੇ ਪੁਰਖਿਆਂ ਨੇ ਇੱਕ ਵੱਡੇ ਕੀਰਤੀਮਾਨ ਇਸ ਧਰਤੀ ਤੇ ਸਥਾਪਿਤ ਕੀਤੇ ਨੇ। ਕਦੇ ਇੱਦਾਂ ਵੀ ਹੁੰਦਾ ਕਿ ਕਾਤਲ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੇ, ਪਰ ਕਿਸੇ ਅੱਗੋਂ ਸਿੱਖ ਨੇ ਉਫ ਤੱਕ ਨਹੀਂ ਸੀ ਕੀਤੀ। ਬੜੀ ਸ਼ਾਂਤੀ ਨਾਲ, ਸ਼ਾਂਤ ਸਹਿਜ ਨਾਲ
ਬੜੀ ਅਡੋਲਤਾ ਨਾਲ ਉਹਨਾਂ ਦੇ ਹਰ ਵਾਰ ਨੂੰ, ਉਹਨਾਂ ਦੇ ਹਰ ਜ਼ਖਮ ਨੂੰ ਆਪਣੇ ਤੇ ਸਹਾਰੇ ਆਪਾਂ ਕੁਰਬਾਨ ਕੀਤਾ ਹੈ। ਆਪਣੇ ਟੋਟੇ ਟੋਟੇ ਕਰਵਾ ਲਏ, ਉਹਨਾਂ ਨੇ ਟੁਕੜੇ ਕਰਵਾ ਲਏ, ਜਿਉਂਦੇ ਜੰਡਾਂ ਵਿੱਚ ਬੰਨ੍ਹ ਕੇ ਉਹਨਾਂ ਨੇ ਆਪਣੇ ਆਪ ਨੂੰ ਛਡਵਾ ਲਿਆ, ਪਰ ਉਹਨਾਂ ਨੇ ਕਿਸੇ ਦਾ ਮੁਕਾਬਲਾ ਨਹੀਂ ਕੀਤਾ। ਤੁਰਨ ਲੱਗਿਆ ਕਿਹਾ ਸੀ ਕਿ ਭਾਈ ਤੁਰਨਾ ਹੀ ਉਸਨੇ ਹੈ ਜਿਹਨੇ ਜਾ ਕੇ ਉੱਥੇ ਸਿਰਫ ਉੱਥੇ ਹੋਏ ਪਾਪਾਂ ਨੂੰ ਆਪਣੇ ਖੂਨ ਨਾਲ ਧੋਣਾ ਹੈ। ਹਾਂਜੀ, ਮੇਰੇ ਮਨ ਭਜ RAM ਨਾਮ ਸਭ ਅਰਥਾ। ਜਦੋਂ ਗੁਰੂ ਆਪਣਾ ਨਾਮ ਦਿੰਦਾ ਹੈ ਤਾਂ ਸਾਡੇ ਜੀਵਨ ਦੇ ਵਿੱਚ ਜਿਹੜੇ ਕਰਜ਼ੇ ਨੇ ਉਹ ਉਤਰਦੇ ਨੇ। ਹੇ ਮੇਰੇ ਮਨਾ, ਪਰਮੇਸ਼ਰ ਪਰਮਾਤਮਾ ਦਾ ਨਾਮ ਸਿਮਰ, ਇਹ ਫਲਦਾਇਕ ਹੈ, ਇਹਦਾ ਕੋਈ ਅਰਥ ਹੈ। ਹਾਂਜੀ, ਗੁਰਪੂਰਾ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ। ਗੁਰੂ ਪੂਰੇ ਨੇ ਨਾਮ ਦ੍ਰਿੜ ਕਰਾਇਆ ਤੇ ਗੁਰੂ ਪੂਰੇ ਨੇ ਦੱਸਿਆ ਕਿ ਨਾਮ ਤੋਂ ਬਿਨਾ ਇਹ ਜੀਵਨ ਵਿਅਰਥ ਹੈ। ਕੀ ਇਹ ਸ਼ਹਾਦਤਾਂ ਐਵੇਂ ਹੋ ਸਕਦੀਆਂ ਨੇ? ਪਹਿਲੀ ਸ਼ਹਾਦਤ ਗੁਰੂ ਅਰਜਨ ਸਾਹਿਬ ਦੀ ਹੋਈ ਹੈ। 4 ਸਾਲ ਬੈਠ ਕੇ ਉਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ ਹੈ। ਸਭ ਤੋਂ ਵੱਧ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਹੈ। ਕਿੰਨੇ ਸ਼ਾਂਤ ਹੋ ਕੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ। ਫਿਰ ਕਿੰਨੇ ਦਹਾਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਬੈਠ ਕੇ ਬਾਬੇ ਬਕਾਲੇ ਵਿੱਚ ਭਗਤੀ ਕੀਤੀ ਹੈ। ਤੇ ਫਿਰ ਜਾ ਕੇ ਕੀਨੋ ਵੱਡੋ ਕੱਲੂ ਮੈਂ ਸਾਕਾ, ਚਾਂਦਨੀ ਦੇ ਚੌਕ ਵਿੱਚ ਕਲਯੁਗ ਦੀ ਸਭ ਤੋਂ ਵੱਡੀ ਘਟਨਾ ਨੂੰ ਜਾ ਕੇ ਉਹਨਾਂ ਨੇ ਫਿਰ ਅੰਜਾਮ ਦਿੱਤਾ ਹੈ। ਇਹ ਕਿੰਨੇ ਕੁ ਜੀਵਨ ਵਾਲੇ ਸਿੰਘ ਹੋਣਗੇ, ਕਿੰਨੀ ਕੁ ਬਾਣੀ ਪੜ੍ਹਦੇ ਹੋਣਗੇ, ਕਿੰਨਾ ਕੁ ਉਹਨਾਂ ਦਾ ਸਿਮਰਨ ਹੋਏਗਾ ਕਿ ਉਹਨਾਂ ਨੇ ਹਰ ਜ਼ੁਲਮ, ਹਰ ਸਿਤਮ ਉਹਨਾਂ ਨੇ ਆਪਣੇ ਸਰੀਰ ਤੇ ਸਹਾਰਿਆ, ਔਰ ਬਾਣੀ ਪੜ੍ਹਦੇ ਆ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ, ਔਰ ਕਿਸੇ ਨੇ ਅੱਗੋਂ ਹੱਥ ਨਹੀਂ ਚੁੱਕਿਆ, ਕਿਸੇ ਨੇ ਰੋਕਿਆ ਵੀ ਨਹੀਂ ਉਹਨਾਂ ਨੂੰ। ਹਾਲਾਂਕਿ ਇਤਿਹਾਸ ਇਹ ਕਹਿੰਦਾ ਕਿ ਭਾਈ ਦਲੀਪ ਸਿੰਘ ਵਰਿਆਮ ਸਿੰਘ ਹੋਰਾਂ ਨੇ ਕਿਹਾ ਜਾ ਕੇ, ਪਰ ਉਹਨਾਂ ਕਾਤਲਾਂ ਨੇ ਤਾਂ ਉਹਨਾਂ ਨੂੰ ਵੀ ਨਾਮ ਬਖਸ਼ਿਆ, ਪਰ ਉਹਨਾਂ ਨੇ ਨਹੀਂ ਸੀ ਕਿਹਾ ਸਾਨੂੰ ਨਾ ਮਾਰੋ। ਉਹਨਾਂ ਨੇ ਤਾਂ ਸਗੋਂ ਕਿਹਾ ਸੀ ਠੀਕ ਹੈ, ਜੇ ਤੁਹਾਨੂੰ ਮਾਰਨ ਨਾਲ ਸਾਡੇ ਕੁਝ ਪ੍ਰਾਪਤ ਹੁੰਦਾ ਹੈ ਤੇ ਕਰ ਲਓ। ਪਰ ਉਹਨਾਂ ਨੂੰ ਵਿਸ਼ਵਾਸ ਸੀ, ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਪਾਪ ਦੀ ਇੰਤਹਾ ਹੈ। ਪਤਾ ਤੁਹਾਨੂੰ, ਤੁਹਾਡੇ ਗੁਰੂ ਪਿਤਾ ਜੀ ਨੇ ਜਦੋਂ ਛੋਟੇ ਲਾਲਾਂ ਦੀ ਸ਼ਹਾਦਤ ਸੁਣੀ ਸੀ ਤੇ ਤੀਰ ਨਾਲ ਬੂਹੀ ਪੱਟ ਕੇ ਕਿਹਾ ਸੀ ਕਿ ਅੱਜ ਇਸ ਪਾਪ ਦੇ ਰਾਜ ਦੀ ਜੜ ਪੁੱਟੀ ਗਈ ਹੈ। ਇਹ ਸ਼ਬਦ ਉਦੋਂ ਨਹੀਂ ਸੀ ਕਹੇ ਜਿੱਦਣ ਪਿਤਾ ਗੁਰੂ ਦਾ ਸੀਸ ਆਪਣੀ ਝੋਲੀ ਵਿੱਚ ਪਵਾਇਆ ਸੀ। ਪਾਪ ਉਦੋਂ ਵੀ ਬਹੁਤ ਹੋਇਆ ਸੀ, ਪਰ ਇੰਨੀਆਂ ਛੋਟੀਆਂ ਜਿੰਦਾਂ ਨੂੰ ਜਦੋਂ ਨੀਹਾਂ ਵਿੱਚ ਚਿਣ ਦਿੱਤਾ ਗਿਆ ਤੇ ਸਤਿਗੁਰੂ ਕਹਿਣ ਲੱਗੇ ਹੁਣ ਖਤਮ ਹੋ ਗਿਆ, ਹੁਣ ਮੁੱਕ ਗਿਆ। ਇਹ ਮਤ ਸੋਚਣਾ ਕਿ ਇਹ ਪਾਪ ਸਿਰਫ ਮਹੰਤ ਨਰੈਣੂ ਤੱਕ ਸੀਮਤ ਸੀ, ਨਹੀਂ, ਇਹਦੇ ਵਿੱਚ ਅੰਗਰੇਜ਼ ਸ਼ਾਮਲ ਸਨ। ਇੱਥੇ ਫਿਰ ਤੁਹਾਨੂੰ ਪਹਿਲੀ ਵਧਾਈ ਮਿਲਦੀ ਹੈ ਕਿ ਤੁਸੀਂ ਜਿਹੜੀ ਆਜ਼ਾਦੀ ਦੀ ਜਿਹੜੀ ਪਹਿਲੀ ਜੰਗ ਉਹ ਤੁਸੀਂ ਜਿੱਤ ਲਈ ਹੈ। ਇਹ ਸਾਨੂੰ ਚੇਤਾ ਰੱਖਣਾ ਚਾਹੀਦਾ ਹੈ। ਇਹ ਠੀਕ ਹੈ ਕਿ ਅੱਜ ਉਹ ਭੁੱਲ ਗਏ ਲੋਕ, ਉਹਨਾਂ ਲੋਕਾਂ ਨੂੰ ਨਹੀਂ ਚੇਤਾ ਕਿ ਜਿਨ੍ਹਾਂ ਨੂੰ ਤੁਸੀਂ ਆਪਣਾ ਪਿਓ ਕਹਿੰਦੇ ਹੋ, ਕਦੇ ਉਹ ਵੀ ਸਾਨੂੰ ਸਲੂਟ ਕਰਦਾ ਸੀ, ਸਾਡੀਆਂ ਸ਼ਹਾਦਤਾਂ ਕਰਕੇ, ਸਾਡੀਆਂ ਕੁਰਬਾਨੀਆਂ ਕਰਕੇ, ਸਾਡੀ ਇਹਨਾਂ ਪ੍ਰਾਣਾਂ ਦੀ ਆਹੂਤੀ ਕਰਕੇ। ਹਾਂਜੀ, ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਗੁਰੂ ਤੋਂ ਬਿਨਾ ਮਨੁੱਖ ਮੂਰਖ ਹੈ, ਮਨਮੁਖ ਹੈ, ਤੇ ਮੋਹ ਦੀਆਂ ਫਾਈਆਂ ਦੇ ਵਿੱਚ ਵੱਜਾ ਰਹਿੰਦਾ ਹੈ। ਹਾਂਜੀ, ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿਨ ਸਭ ਜਨਮ ਅਕਾਥਾ। ਇਹ ਉਹ ਵਿਅਕਤੀ ਨੇ ਜਿਨੇ ਕਦੇ ਗੁਰੂ ਦੀ ਸੇਵਾ ਨਹੀਂ ਕੀਤੀ ਔਰ ਆਪਣਾ ਜਨਮ ਜਿਹੜਾ ਉਹ ਅਕਾਰਥ ਗਵਾ ਲਿਆ, ਵਿਅਰਥ ਗਵਾ ਲਿਆ। ਹਾਂਜੀ, ਜਿਨ ਸਾਧੂ ਚਰਨ ਸਾਧ ਭਗ ਸੇਵੇ, ਤਿਨ ਸਫਲਿਓ ਜਨਮ ਸਨਾਥਾ। ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਹੈ ਉਹਨਾਂ ਨੇ ਆਪਣੇ ਜੀਵਨ ਨੂੰ, ਆਪਣੇ ਜਨਮ ਨੂੰ ਸਫਲਾ ਕੀਤਾ ਹੈ। ਹਾਂਜੀ, ਮੋਕੋ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਐ ਜਗਤ ਦੇ ਮਾਲਕ ਮੈਨੂੰ ਆਪਣੇ ਸੇਵਕਾਂ ਦਾ ਸੇਵਕ, ਸੇਵਕਾਂ ਦਾ ਸੇਵਕ ਬਣਾ,
ਹਾਂਜੀ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉ ਚਾਲਹਿ ਮਾਰਗ ਪੰਥਾ। ਅਸੀਂ ਅਗਿਆਨੀ ਹਾਂ, ਅੰਧਲੇ ਹਾਂ, ਅਸੀਂ ਤੇਰੇ ਇਸ ਪੰਥ ਵਾਲੇ ਮਾਰਗ ਤੇ ਕਿਵੇਂ ਤੁਰ ਸਕਦੇ ਹਾਂ? ਅੱਜ ਸਿੱਖਣ ਦੀ ਲੋੜ ਹੈ, ਜੋਸ਼ ਬਹੁਤ ਹੈ, ਕੁਰਬਾਨੀ ਦਾ ਜਜ਼ਬਾ ਬਹੁਤ ਹੈ, ਪਰ ਇਸ ਪੰਥ ਤੇ ਚੱਲਣਾ ਸੌਖਾ ਨਹੀਂ ਹੈ। ਇਹ ਬਹੁਤ ਔਖਾ ਹੈ ਪੰਥ ਦੇ ਮਾਰਗ ਤੇ ਤੁਰਨਾ। ਇਹ ਜਿਹੜਾ ਗੁਰੂ ਦਾ ਪੰਥ ਹੈ ਨਾ, ਇਹਦੇ ਤੇ ਤੁਹਾਨੂੰ ਬਹੁਤ ਕੁਝ ਛੱਡਣਾ ਪਏਗਾ। ਇੱਥੇ ਮੇਰ ਤੇਰ ਵਿਵਰਜਤ, ਇਹ ਮਾਰਗ ਖੰਡੇ ਧਾਰ, ਬਹੁਤ ਔਖਾ ਇਹ ਰਸਤਾ ਹੈ ਭਾਈ। ਬੜਾ ਤੁਹਾਨੂੰ ਆਪਣੇ ਆਪ ਸੰਕੋਚ ਕਰਨਾ ਪਏਗਾ, ਆਪਣੇ ਆਪ ਨੂੰ ਮਾਰਨਾ ਪਵੇਗਾ, ਔਰ ਇਹ ਧਿਆਨ ਰੱਖਣਾ ਪਵੇਗਾ ਕਿ ਗੁਰੂ ਪਿਤਾ ਮਹਾਰਾਜ ਦੇ ਘਰ ਦੇ ਅਸੂਲ ਕੀ ਨੇ, ਪ੍ਰਿੰਸੀਪਲ ਕੀ ਨੇ, ਜਿਨ੍ਹਾਂ ਦਾ ਭਾਈ ਲਛਮਣ ਸਿੰਘ ਹੋਰਾਂ ਨੇ ਧਿਆਨ ਰੱਖਿਆ ਸੀ। ਔਰ ਉਹਦਾ ਤੁਸੀਂ ਵੇਖਿਆ ਇੰਨਾ ਛੇਤੀ ਰਿਜ਼ਲਟ ਨਿਕਲਿਆ ਕਿ 24 ਘੰਟੇ ਨਹੀਂ ਸੀ ਲੱਗੇ, ਤੇ ਕੇਵਲ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਨਹੀਂ ਮਿਲੀ, ਸਾਨੂੰ ਵਧਾਈਆਂ ਮਿਲ ਗਈਆਂ ਕਿ ਤੁਸੀਂ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ। ਇਹ ਉਹਨਾਂ ਸ਼ਹਾਦਤਾਂ ਦਾ, ਉਹਨਾਂ ਨਾਮ ਸਿਮਰਨ ਵਾਲੇ, ਭਗਤੀ ਵਾਲੇ, ਨਿਤਨੇਮ ਵਾਲੇ, ਉਹਨਾਂ ਕੁਰਬਾਨੀ ਵਾਲੇ ਗੁਰਸਿੱਖਾਂ ਦੀ ਬਦੌਲਤ ਸੀ ਭਾਈ। ਪਰ ਅੱਜ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸ਼ਾਇਦ ਅਸੀਂ ਪਤਾ ਨਹੀਂ ਹੋਰ ਤਰ੍ਹਾਂ ਦੇ ਬੰਦੇ ਅੱਗੇ ਲਾ ਕੇ ਕੀ ਕਰ ਲਵਾਂਗੇ। ਨਹੀਂ, ਉੱਥੇ ਗੱਲ ਤੁਹਾਡੀ ਕਰਨੀ ਤੇ ਆ ਕੇ ਮੁੱਕਣੀ ਹੈ, ਗਿਣਤੀ ਤੇ ਨਹੀਂ ਮੁੱਕਣੀ ਤੁਹਾਡੀ। ਹਾਂਜੀ। ਹਮ ਅੰਧੁਲੇ ਕਉ ਗੋਰੇ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਹੇ ਗੁਰੂ ਮੇਰੇ ਤੇ ਕਿਰਪਾ ਕਰ, ਮੈਨੂੰ ਅੰਧਲੇ ਨੂੰ ਆਪਣਾ ਅੰਚਲ ਦੇ, ਆਪਣਾ ਪੱਲਾ ਦੇ, ਮੈਂ ਤੇਰਾ ਪੱਲਾ ਫੜਾਂ ਤੇ ਮੈਂ ਤੇਰੇ ਮਾਰਗ ਤੇ ਤੁਰ ਸਕਾਂ। ਇਹਨੇ ਸ਼ਬਦ ਪ੍ਰਵਾਨ ਕਰਨਾ। ਸਮੇਂ ਦੀ ਬਹੁਤ ਸੀਮਾ ਹੈ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਅੱਜ ਸ਼ਾਮ ਦਾ ਵਿਸ਼ੇਸ਼ ਸਮਾਗਮ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਣਾ ਹੈ 7 ਵਜੇ ਤੋਂ ਲੈ ਕੇ 9 ਵਜੇ ਤੱਕ, ਕਿਉਂਕਿ ਜਿਹੜਾ ਜਥਾ ਨਨਕਾਣਾ ਸਾਹਿਬ ਜਾਣਾ ਸੀ ਉਹ ਵਕਤ ਦੇ ਹਾਕਮਾਂ ਨੇ ਰੋਕ ਦਿੱਤਾ ਉਸ ਨੂੰ। ਔਰ ਇਹ ਅਸੀਂ ਮਹਿਸੂਸ ਕਰਦੇ ਹਾਂ ਕਿ ਵਕਤ ਆਪਣੇ ਆਪ ਨੂੰ ਦੁਹਰਾਉਂਦਾ ਹੈ, ਆਪਣੇ ਆਪ ਸਾਨੂੰ ਇਹ ਗੱਲਾਂ ਦੱਸੀਆਂ ਜਾਂਦੀਆਂ ਨੇ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਬੜੇ ਧਿਆਨ ਦੇ ਵਿੱਚ ਜ਼ਿੰਦਗੀ ਜਿਉਣ ਦੀ ਲੋੜ ਹੈ, ਅਵੇਸਲੇ ਹੋਣ ਦੀ ਲੋੜ ਨਹੀਂ। ਸੋ ਅੱਜ ਉਹ ਸਮਾਗਮ ਇੱਥੇ ਹੋਣਾ ਹੈ। ਭਾਈ ਲਛਮਣ ਸਿੰਘ ਹੋਰਾਂ ਦੇ ਨਗਰ ਵਿੱਚ ਵੀ ਜੋ ਧੀਰੋਵਾਲ ਸਮਾਗਮ ਚੱਲਦੇ ਨੇ, ਅੱਜ ਉਹਨਾਂ ਦਾ ਆਖਰੀ ਦਿਨ ਹੈ। ਹੁਣ ਵੀ ਇਸ ਤੋਂ ਬਾਅਦ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਹਨ। ਸੋ ਇਹਨਾਂ ਸਮਾਗਮਾਂ ਕਰਕੇ ਮੈਂ ਇਸ ਨਾਲ ਹੀ ਮੈਂ ਆਪਣੇ ਵੱਲੋਂ ਮੈਂ ਮਾਫੀ ਮੰਗਦਾ ਕਿ ਅਗਰ ਮੇਰੇ ਤੋਂ ਕੋਈ ਸ਼ਬਦ ਬੋਲਦਿਆਂ ਭੁੱਲ ਹੋਈ ਹੈ ਤੇ ਮੇਰੀ ਖਿਮਾ ਕਰ ਦੇਣਾ। ਆਓ ਆਪਾਂ ਸਾਰੇ ਪ੍ਰਣ ਕਰੀਏ ਕਿ ਗੁਰਦੁਆਰਾ ਪ੍ਰਬੰਧ ਵਿੱਚ ਜਦੋਂ ਵੀ ਅਸੀਂ ਆਵਾਂਗੇ, ਅਸੀਂ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਅਸੀਂ ਪਹਿਲਾਂ ਸੁਣਾਂਗੇ, ਪੜ੍ਹਾਂਗੇ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਇਸ ਗੁਰਦੁਆਰਾ ਪ੍ਰਬੰਧ ਨੂੰ ਕਿਵੇਂ ਸਾਡੀ ਝੋਲੀ ਵਿੱਚ ਪਾਇਆ ਹੈ, ਇਹ ਸੇਵਾ ਸੰਭਾਲ ਖਾਲਸੇ ਨੂੰ ਕਿਵੇਂ ਮਿਲੀ ਹੈ। ਇਹ ਬਹੁਤ ਮਹਿੰਗੀ ਹੈ, ਬਹੁਤ ਮਹਿੰਗੀ ਹੈ। ਇਹਦੀ ਕੀਮਤ ਨਹੀਂ ਦੁਨੀਆ ਦੇ ਵਿੱਚ। ਜੇ ਤੁਸੀਂ ਕਹਿ ਸਕੋ ਕਿ ਪ੍ਰਬੰਧ ਇਹ ਸਾਨੂੰ ਕਿਵੇਂ ਪ੍ਰਾਪਤ ਹੋਇਆ ਹੈ, ਤੇ ਹਰ ਸਿੱਖ ਨੂੰ ਇੱਥੇ ਆ ਕੇ ਸੁਚੇਤ ਹੋ ਕੇ ਇਸ ਸੇਵਾ ਸੰਭਾਲ ਦੇ ਵਿੱਚ ਹਾਜ਼ਰ ਹੋਣ ਦੀ ਲੋੜ ਹੈ। ਆਓ ਇਹਨਾਂ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਪੜ੍ਹਦੇ ਹਾਂ, ਫਿਰ ਆਪਾਂ ਫਤਿਹ ਦੀ ਸਾਂਝ ਕਰੀਏ। ਹਾਂਜੀ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉ ਚਾਲਹਿ ਮਾਰਗ ਪੰਥਾ। ਹਮ ਅੰਧੁਲੇ ਕਉ ਗੋਰੇ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।